प्यारे बच्चियों, लास्ट ਲੈਕਚਰ ਦੇ ਵਿੱਚ ਅਸੀਂ ਬਾਇਓਟ ਸੇਵਰਟਸ ਲਾਅ ਨੂੰ ਜਿਹੜਾ ਅਸੀਂ ਡਿਟੇਲ ਦੇ ਵਿੱਚ ਆਪਾਂ ਸਟੱਡੀ ਕੀਤਾ। ਅਕੋਰਡਿੰਗ ਟੂ ਬਾਇਓਟ ਸੇਵਰਟਸ ਲਾਅ, the magnitude of magnetic field at any point P due to current carrying wire is given by mu naught over 4 pi IDL sin theta over r square। ਇਹ ਤੁਸੀਂ ਲਾਸਟ ਲੈਕਚਰ ਵਿੱਚ ਡਿਸਕਸ ਕੀਤਾ। ਇਸ ਜਿਹੜੇ ਲਾਅ ਨੂੰ ਅਸੀਂ ਅੱਜ ਯੂਜ਼ ਕਰਕੇ ਅੱਜ ਅਸੀਂ ਮੈਗਨੈਟਿਕ ਫੀਲਡ ਜਿਹੜਾ ਹੈ ਫਾਈਂਡ ਕਰਨਾ ਹੈ ਸੈਂਟਰ ਤੇ। ਕਿਹਦੇ ਸੈਂਟਰ ਤੇ ਮੈਗਨੈਟਿਕ ਫੀਲਡ ਫਾਈਂਡ ਕਰਨਾ ਹੈ? ਕਰੰਟ ਕੈਰਿੰਗ ਕੋਇਲ। ਸਾਡੇ ਕੋਲ ਅੱਜ ਕਰੰਟ ਕੈਰਿੰਗ ਕੋਇਲ ਹੈ, ਉਹਦੇ ਸੈਂਟਰ ਦੇ ਉੱਤੇ ਜਿਹੜਾ ਹੈ ਅਸੀਂ ਮੈਗਨੈਟਿਕ ਫੀਲਡ ਜਿਹੜਾ ਹੈ ਉਹ ਫਾਈਂਡ ਆਊਟ ਕਰਾਂਗੇ with the help of Biot-Savart's law। ਨਾਲ ਉਹਦੀ ਜਿਹੜੀ ਹੈ ਅੱਜ ਅਸੀਂ ਡਾਇਰੈਕਸ਼ਨ ਬਾਰੇ ਗੱਲ ਵੀ ਕਰਾਂਗੇ। Now, first of all, consider a current carrying coil of radius r, center O and carry the current I। ਮੰਨ ਲਓ ਸਾਡੇ ਕੋਲ ਇੱਕ ਕਰੰਟ ਕੈਰਿੰਗ ਕੋਇਲ ਹੈ ਜਿਸ ਦਾ ਰੇਡੀਅਸ r ਹੈ ਤੇ ਸੈਂਟਰ O ਹੈ ਤੇ ਜਿਹਦੇ ਵਿੱਚ ਕਰੰਟ ਜਿਹੜਾ ਹੈ I ਜਿਹੜਾ ਵਿੱਚ ਫਲੋ ਕਰ ਰਿਹਾ ਹੈ। Now we want to calculate magnetic field at point O, क्योंकि magnetic field ਅਸੀਂ ਨਿਕਾਲਣਾ ਹੈ at the center of a circular coil। ਇਹਦਾ ਮਤਲਬ ਇਹ ਸਾਡਾ ਜਿਹੜਾ ਹੈ ਆਬਜ਼ਰਵੇਸ਼ਨ ਪੁਆਇੰਟ ਹੈ ਜਿੱਥੇ ਅਸੀਂ ਮੈਗਨੈਟਿਕ ਫੀਲਡ ਜਿਹੜਾ ਅਸੀਂ ਫਾਈਂਡ ਆਊਟ ਕਰਨਾ ਹੈ। ਕੱਲ ਮੈਂ ਤੁਹਾਨੂੰ ਇੱਕ ਚੀਜ਼ ਜ਼ੋਰ ਦੇ ਕੇ ਕਹੀ ਸੀ ਕਿ ਜਦੋਂ ਵੀ ਬਾਇਓਟ ਸੇਵਰਟਸ ਲਾਅ ਅਸੀਂ ਜਦੋਂ ਅਪਲਾਈ ਕਰਨਾ ਹੈ, ਸਭ ਨਾਲੋਂ ਪਹਿਲਾਂ ਕੀ ਕਰਨਾ ਹੈ, ਜਿਹੜੀ ਸਾਡੀ ਕਰੰਟ ਕੈਰਿੰਗ ਵਾਇਰ ਹੈ ਜਾਂ ਕੋਇਲ ਹੈ ਉਸ ਨੂੰ ਅਸੀਂ ਲਾਰਜ ਨੰਬਰ ਆਫ ਸਮਾਲ ਕਰੰਟ ਐਲੀਮੈਂਟਸ ਦੇ ਵਿੱਚ ਕੀ ਕਰਾਂਗੇ, ਅਸੀਂ ਉਹਨੂੰ ਡਿਵਾਈਡ ਕਰਾਂਗੇ। ਨਾਓ ਕੰਸੀਡਰ one such current element AB। ਕੱਲ ਜਦੋਂ ਅਸੀਂ ਆਰਟੀਕਲ ਪੜਿਆ ਸੀ ਸੇਮ ਉਸੇ ਤਰੀਕੇ ਨਾਲ ਅਸੀਂ ਗਾਂ ਚੱਲਣਾ ਹੈ। ਅਸੀਂ ਕੀ ਕੀਤਾ, ਪੂਰੀ ਵਾਇਰ ਵਿੱਚ ਕਰੰਟ ਹੈ, ਕਰੰਟ ਕੈਰਿੰਗ ਕੋਇਲ ਜਿਹੜਾ ਹੈ ਉਹਦਾ ਇੱਕ ਅਸੀਂ ਸਮਾਲ ਪੋਰਸ਼ਨ ਲੈ ਲਿਆ AB ਤੇ ਜਿਸ ਦੀ ਜਿਹੜੀ ਲੈਂਥ ਹੈ it is equal to DL। DL is the length of this small portion। ਤੇ ਜਦੋਂ ਇਸ ਸਮਾਲ ਪੋਰਸ਼ਨ ਵਿੱਚੋਂ ਕਰੰਟ ਲੰਘ ਕੇ ਜਾਏਗਾ then the direction of the current element will be the tangent to the circular coil। current carrying ਜਿਹੜਾ element ਹੈ ਇਹਦੀ ਡਾਇਰੈਕਸ਼ਨ ਜਿਹੜੀ ਹੈ ਸਰਕਲ ਦੇ ਕੀ ਆਏਗੀ, ਟੈਂਜੈਂਟ। ਇਹ ਕੱਲ ਵੀ ਅਸੀਂ ਜਿਹੜਾ ਹੈ ਆਪਾਂ ਡਿਸਕਸ ਕੀਤਾ ਸੀ। now what is IDL? it is current element। what is DL? it is the length element। ਤੇ ਕਰੰਟ ਐਲੀਮੈਂਟ ਦੀ ਡਾਇਰੈਕਸ਼ਨ ਉਧਰ ਨੂੰ ਹੁੰਦੀ ਹੈ ਜਿੱਧਰ ਨੂੰ ਜਿਹੜਾ ਹੈ ਸਾਡਾ ਕਰੰਟ ਫਲੋ ਕਰਦਾ ਹੈ ਤੇ ਸਰਕੂਲਰ ਕੋਇਲ ਦੇ ਵਿੱਚ ਇਟ ਵਿਲ ਬਿਕਮ ਟੈਂਜੈਂਟ ਟੂ ਦਾ ਕੋਇਲ। ਨਾਓ ਇਹਦਾ ਜਿਹੜਾ ਸੈਂਟਰ ਹੈ ਸਪੋਜ਼ ਦਿਸ ਇਜ਼ C। ਇਥੋਂ ਅਸੀਂ ਆਬਜ਼ਰਵੇਸ਼ਨ ਪੁਆਇੰਟ ਵਾਲੇ ਪਾਸੇ ਜਿਹੜਾ ਹੈ ਇੱਕ ਪੋਜੀਸ਼ਨ ਵੈਕਟਰ ਅਸੀਂ ਡਰਾ ਕੀਤਾ। ਮੈਂ ਕੱਲ ਦੀ ਡਾਇਗਰਾਮ ਜਿਹੜੀ ਹੈ ਤੁਹਾਡੀ ਸਿੰਪਲੀਫਿਕੇਸ਼ਨ ਵਾਸਤੇ ਬਣਾਉਣਾ ਹੈ। ਕੱਲ ਸੀਗਾ ਇੱਥੇ x, ਇੱਥੇ y, ਇੱਥੇ ਇੱਕ ਸਮਾਲ ਐਲੀਮੈਂਟ ਲਿਆ ਸੀ ਅਸੀਂ AB ਤੇ ਇਹਦੀ ਡਾਇਰੈਕਸ਼ਨ ਕਿੱਧਰ ਨੂੰ ਸੀ, ਜਿੱਧਰ ਨੂੰ ਸਾਡਾ ਕਰੰਟ ਫਲੋ ਕਰ ਰਿਹਾ ਸੀ। ਇੱਥੇ ਸਾਡਾ ਆਬਜ਼ਰਵੇਸ਼ਨ ਪੁਆਇੰਟ ਸੀ ਤੇ ਕਰੰਟ ਐਲੀਮੈਂਟ ਦੇ ਸੈਂਟਰ ਤੋਂ ਆਬਜ਼ਰਵੇਸ਼ਨ ਪੁਆਇੰਟ ਵਾਲੇ ਪਾਸੇ ਇੱਕ ਪੋਜੀਸ਼ਨ ਵੈਕਟਰ ਅਸੀਂ ਜਿਹੜਾ ਉਹ ਡਰਾ ਕੀਤਾ ਸੀ। ਨਾਓ ਦਿਸ ਇਜ਼ ਆਵਰ ਲੈਂਥ ਕਰੰਟ ਐਲੀਮੈਂਟ like this। ਤੇ ਕਰੰਟ ਐਲੀਮੈਂਟ ਦੇ ਸੈਂਟਰ ਤੋਂ ਆਬਜ਼ਰਵੇਸ਼ਨ ਪੁਆਇੰਟ ਵਾਲੇ ਪਾਸੇ ਇੱਕ ਸੀ ਪੋਜੀਸ਼ਨ ਵੈਕਟਰ ਡਰਾ ਕਰਨਾ ਹੈ। ਇਹ ਸਾਡਾ ਸੈਂਟਰ ਹੈ, ਇਥੋਂ ਇਹਦੀ ਪੋਜੀਸ਼ਨ ਮਾਰਕ ਕਰਨੀ ਹੈ, ਉਹ ਸਾਡਾ ਆ ਗਿਆ R ਵੈਕਟਰ। ਦਿਸ ਇਜ਼ ਆਬਜ਼ਰਵੇਸ਼ਨ ਪੁਆਇੰਟ। ਉਸ ਤੋਂ ਬਾਅਦ ਇੱਕ ਸਾਡਾ ਐਂਗਲ ਸੀਗਾ ਇੱਥੇ ਥੀਟਾ। ਇਹ ਐਂਗਲ ਕਿਹਦੇ ਵਿੱਚ ਸੀਗਾ, ਪੋਜੀਸ਼ਨ ਵੈਕਟਰ ਤੇ ਕਰੰਟ ਐਲੀਮੈਂਟ ਦੀ ਡਾਇਰੈਕਸ਼ਨ 'ਚ। ਨਾਓ ਦਿਸ ਇਜ਼ ਦਾ R ਵੈਕਟਰ and this is the current element। now this is the angle theta ਤੇ ਇਹਦੀ ਵੈਲਿਊ ਜਿਹੜੀ ਆਈ ਹੈ ਸਾਡੇ ਕੋਲ 90 ਡਿਗਰੀ ਆਈ। 90 ਡਿਗਰੀ ਕਿਉਂ?
क्योंकि रेडियस ते टेंजेंट दे आर ऑलवेज परपेंडिकुलर टू ईच अदर। नाउ आई थिंक ਤੁਹਾਨੂੰ ਜਿਹੜੀ ਹੈ ਡਾਇਗਰਾਮ ਕਲੀਅਰ ਹੋ ਗਈ, ਕਿਉਂਕਿ ਕੱਲ ਵਾਲੀ ਜਿਹੜਾ ਡਾਇਗਰਾਮ ਹੈ ਇਹਨੂੰ ਪਹਿਲਾਂ ਚੰਗੇ ਤਰੀਕੇ ਨਾਲ ਸਮਝੋ, ਉਸ ਤੋਂ ਬਾਅਦ ਤੁਸੀਂ ਆਟੋਮੈਟਿਕਲੀ ਜਿਹੜੀ ਹੈ ਅਗਲੇ ਆਰਟੀਕਲ ਦੇ ਵਿੱਚ ਵੀ ਤੁਸੀਂ ਡਾਇਗਰਾਮ ਆਪ ਹੀ ਬਣਾ ਸਕਦੇ ਹੋ। ਨਾउ ਮੈਗਨੀਟਿਊਡ ਆਫ small magnetic field at the center किदे करके due to current element is given by ਸਾਡੇ ਕੋਲ ਕਿੰਨਾ ਮੈਗਨੈਟਿਕ ਫੀਲਡ ਆਏਗਾ dB। ਸਭ ਤੋਂ ਪਹਿਲਾਂ ਅਸੀਂ ਸਮਾਲ ਪੋਰਸ਼ਨ ਕਰਕੇ ਸੈਂਟਰ ਦੇ ਉੱਤੇ ਜਿਹੜਾ ਹੈ ਮੈਗਨੈਟਿਕ ਫੀਲਡ ਅਸੀਂ ਫਾਈਂਡ ਆਊਟ ਕਰਾਂਗੇ। ਨਾਓ ਦਿਸ ਇਜ਼ ਅ ਸਮਾਲ ਮੈਗਨੀਟਿਊਡ dB ਇਕੁਅਲ ਟੂ ਕੀ ਫਾਰਮੂਲਾ ਸੀ μ ਨॉट ਓਵਰ 4 ਪਾਈ IDL sin θ ਡਿਵਾਈਡਡ ਬਾਈ r ਸਕੁਅਰ। ਇਹ ਸਾਡੇ ਕੋਲ ਆ ਗਿਆ ਬਾਇਓਟ-ਸੇਵਰਟਸ ਲਾਅ। ਇਸ ਸਮਾਲ ਪੋਰਸ਼ਨ ਕਰਕੇ ਪਹਿਲਾਂ ਅਸੀਂ ਸੈਂਟਰ ਦੇ ਉੱਤੇ ਮੈਗਨੈਟਿਕ ਫੀਲਡ ਅਸੀਂ ਨਿਕਾਲ ਲਿਆ। ਨਾਓ ਹੇਅਰ θ ਇਜ਼ ਇਕੁਅਲ ਟੂ 90 ਡਿਗਰੀ। ਇੱਥੇ ਅਸੀਂ ਹੁਣ ਜਿਹੜਾ ਹੈ 90 ਡਿਗਰੀ ਪੁੱਟ ਕਰਾਂਗੇ। ਹੇਅਰ θ ਇਕੁਅਲ ਟੂ 90 ਡਿਗਰੀ, therefore the above equation will become, ਸਾਡੇ ਕੋਲ ਇਕੁਏਸ਼ਨ ਕੀ ਬਣ ਜਾਏਗੀ, we get dB equal to mu naught over 4 pi IDL sin 90 divided by r square। ਇਹ ਸਾਡੇ ਕੋਲ ਆ ਜਾਏਗੀ r square ਤੇ sin 90 ਸਾਡਾ ਹੋ ਜਾਏਗਾ 1 and dB equal to ਸਾਡੇ ਕੋਲ ਆ ਜਾਏਗੀ mu naught over 4 pi IDL divided by r square because sin 90 equal to ਸਾਡੇ ਕੋਲ ਕਿੰਨਾ ਆ ਗਿਆ 1। ਇਹ ਆ ਗਿਆ ਤੁਹਾਡੇ ਕੋਲ small value of magnetic field at the center due to this current element। but ਸਾਡੇ ਕੋਲ ਇੱਕ ਤੇ ਕਰੰਟ ਐਲੀਮੈਂਟ ਨਹੀਂ ਹੈ, ਇਸ ਪੂਰੇ ਕੋਇਲ ਦੇ ਵਿੱਚ ਲਾਰਜ ਨੰਬਰ ਆਫ ਸਾਡੇ ਕੋਲ ਜਿਹੜੇ ਨੇ ਕਰੰਟ ਐਲੀਮੈਂਟਸ ਹੋਣਗੇ। ਜੇ ਇੱਕ ਕਰੰਟ ਐਲੀਮੈਂਟ ਦਾ ਇੰਨਾ ਫੀਲਡ ਹੈ ਤੇ ਟੋਟਲ ਜਿੰਨੇ ਵੀ ਕਰੰਟ ਐਲੀਮੈਂਟਸ ਹੋਣਗੇ ਉਹਦੇ ਕਰਕੇ ਟੋਟਲ ਫੀਲਡ ਕਿਸ ਤਰ੍ਹਾਂ ਨਿਕਾਲਾਂਗੇ, ਬਾਈ ਇੰਟੈਗ੍ਰੇਟਿੰਗ ਦਾ ਅਬਵ ਇਕੁਏਸ਼ਨ। ਇਸ ਇਕੁਏਸ਼ਨ ਨੂੰ ਅਸੀਂ ਇੰਟੈਗ੍ਰੇਟ ਕਰ ਦਾਂਗੇ। ਨਾਓ ਜੇ ਇਸ ਕਰੰਟ ਐਲੀਮੈਂਟ ਦੀ ਗੱਲ ਕਰੀਏ, ਕਰੰਟ ਉੱਪਰ ਨੂੰ ਜਾ ਰਿਹਾ ਹੈ, ਸੇਮ ਡਾਇਰੈਕਸ਼ਨ ਵਿੱਚ ਸਾਰਿਆਂ ਵਿੱਚ ਕਰੰਟ ਫਲੋ ਕਰੇਗਾ, ਇੱਕੋ ਸਾਈਡ ਤੇ ਕਰੰਟ ਫਲੋ ਕਰ ਰਿਹਾ ਹੈ, ਇਸ ਕਰਕੇ ਸਾਰਿਆਂ ਦੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਵੀ ਜਿਹੜੀ ਹੈ ਉਹ ਸੇਮ ਆਏਗੀ। ਤੇ ਅਸੀਂ ਕੀ ਕਰਾਂਗੇ, ਉਸ ਤੋਂ ਬਾਅਦ ਸਾਰੇ ਮੈਗਨੈਟਿਕ ਫੀਲਡ ਨੂੰ ਅਸੀਂ ਜਿਹੜਾ ਹੈ ਐਡ ਕਰ ਸਕਦੇ ਹਾਂ ਸੁਪਰਪੋਜੀਸ਼ਨ ਪ੍ਰਿੰਸੀਪਲ ਦੇ ਅਕੋਰਡਿੰਗ। ਅਸੀਂ ਇਹਨੂੰ ਜਿਹੜਾ ਇੰਟੈਗਰੇਟ ਕਰ ਦਾਂਗੇ। ਨਾਓ ਟੋਟਲ ਮੈਗਨੈਟਿਕ ਫੀਲਡ ਐਟ ਦਾ ਸੈਂਟਰ, ਤੁਸੀਂ ਲਾਈਨ ਲਿਖਣੀ ਹੈ ਟੋਟਲ ਮੈਗਨੈਟਿਕ ਫੀਲਡ ਐਟ ਦਾ ਸੈਂਟਰ ਡਿਊ ਟੂ ਹੋਲ ਕੋਇਲ, ਪੂਰੇ ਕੋਇਲ ਕਰਕੇ is given by, ਹਾਂਜੀ ਟੋਟਲ ਮੈਗਨੈਟਿਕ ਫੀਲਡ ਕਿੰਨਾ ਆਏਗਾ, ਟੋਟਲ ਮੈਗਨੈਟਿਕ ਫੀਲਡ ਐਟ ਦਾ ਸੈਂਟਰ is given by B equal to mu naught over 4 pi IDL upon r square। ਇਹਦੀ ਅਸੀਂ ਜਿਹੜੀ ਹੈ ਇੰਟੈਗ੍ਰੇਸ਼ਨ ਕਰ ਦਿੱਤੀ ਤੇ ਕਾਂਸਟੈਂਟ ਟਰਮ ਨੂੰ ਅਸੀਂ ਵਿੱਚੋਂ ਇੰਟੈਗ੍ਰੇਸ਼ਨ ਚ ਬਾਹਰ ਨਿਕਾਲਤਾ, ਕੱਲਾ ਰਹਿ ਗਿਆ IDL ਡਿਵਾਈਡਡ ਬਾਈ ਸਾਡੇ ਕੋਲ ਆ ਜਾਏਗਾ r ਸਕੁਅਰ। ਜਿਹੜੀ ਚੀਜ਼ ਕਾਂਸਟੈਂਟ ਹੈ ਉਹਨੂੰ ਅਸੀਂ ਇੰਟੈਗ੍ਰੇਸ਼ਨ ਚੋਂ ਬਾਹਰ ਕੱਢ ਦਾਂਗੇ। ਕਰੰਟ ਜਿਹੜਾ ਫਲੋ ਕਰ ਰਿਹਾ ਹੈ ਉਹ ਕਾਂਸਟੈਂਟ ਹੈ, I ਵਿੱਚੋਂ ਬਾਹਰ ਆ ਜਾਏਗਾ। ਰੇਡੀਅਸ ਜਿਹੜਾ ਹੈ ਸਰਕਲ ਦਾ ਹਰ ਜਗ੍ਹਾ ਤੇ ਸੇਮ ਹੁੰਦਾ ਹੈ, ਅਸੀਂ r ਸਕੁਅਰ ਨੂੰ ਵੀ ਇੰਟੈਗ੍ਰੇਸ਼ਨ ਚੋਂ ਬਾਹਰ ਕੱਢ ਦਾਂਗੇ। ਸਿਰਫ ਤੇ ਸਿਰਫ ਅੰਦਰ ਰਹੇਗਾ dl, ਇਟ ਇਜ਼ ਦਾ ਲੈਂਥ ਐਲੀਮੈਂਟ। ਇਹ ਆਪਣੇ ਅਕੋਰਡਿੰਗ ਤੁਸੀਂ ਜਿਹੜੀ ਵਧਾ ਘਟਾ ਸਕਦੇ ਜੇ, ਅਸੀਂ ਆਪ ਚੂਜ਼ ਕਰਦੇ ਹਾਂ ਕਿ ਇਹ ਸਾਡਾ ਜਿਹੜਾ ਇੰਨਾ ਪੋਰਸ਼ਨ ਹੈ, ਦੈਟ ਇਜ਼ ਲੈਂਥ ਐਲੀਮੈਂਟ।
ਐਂਡ देयरफॉर ਜਦੋਂ ਕਾਂਸਟੈਂਟ ਚੀਜ਼ ਨੂੰ ਅਸੀਂ ਬਾਹਰ ਕੱਢਦੇ ਹਾਂ ਤੇ ਸਾਡੇ ਕੋਲ ਜਿਹੜਾ ਹੈ ਇੰਟੈਗ੍ਰੇਸ਼ਨ ਦੇ ਅੰਦਰ ਜਿਹੜਾ ਸਾਡੇ ਕੋਲ ਕੀ ਆ ਜਾਏਗਾ ਓਨਲੀ ਵੀ ਗੈਟ dl dl ਅੰਦਰ ਆ ਗਿਆ i ਓਵਰ r ਸਕੁਅਰ ਜਿਹੜਾ ਹੈ ਅਸੀਂ ਇੰਟੈਗ੍ਰੇਸ਼ਨ ਦੇ ਵਿੱਚੋਂ ਉਸ ਨੂੰ ਅਸੀਂ ਬਾਹਰ ਕੱਢ ਦਿੱਤਾ। ਇੱਥੋਂ ਮੈਂ ਰੱਬ ਕਰ ਰਿਹਾ ਨਾਓ b equal to mu naught over 4 pi I divided by r square into L ਸਾਡੇ ਕੋਲ dl ਦੀ ਇੰਟੈਗ੍ਰੇਸ਼ਨ L ਜਿਸ ਤਰ੍ਹਾਂ dx ਦੀ ਇੰਟੈਗ੍ਰੇਸ਼ਨ ਅਸੀਂ x ਲਿਖਦੇ ਹਾਂ dl ਸਮਾਲ ਤੇ ਟੋਟਲ ਲੈਂਥ ਸਾਡੇ ਕੋਲ ਆ ਗਈ L ਔਰ b equal to mu naught over 4 pi divided by r square into 2 pi r. Now what is L? It is a length of the coil ਤੇ ਕੋਇਲ ਦੀ ਜਿਹੜੀ ਲੈਂਥ ਹੁੰਦੀ ਹੈ ਉਸ ਨੂੰ ਅਸੀਂ ਸਰਕਮਫਰੈਂਸ ਬੋਲਦੇ ਆ। ਇਹਦਾ ਮਤਲਬ L ਦੀ ਜਗ੍ਹਾ ਤੇ ਸਾਡੇ ਕੋਲ ਜਿਹੜੀ ਵੈਲਿਊ ਆ ਜਾਏਗੀ 2 ਪਾਈ r ਐਂਡ ਇੱਕ r ਦੇ ਨਾਲ ਸਾਡਾ ਜਿਹੜਾ r ਹੈ ਕੈਂਸਲ ਪਾਈ ਨਾਲ ਸਾਡਾ ਪਾਈ ਕੈਂਸਲ ਕਰ ਦਿੱਤਾ 2 ਨਾਲ ਕੈਂਸਲ ਹੋ ਗਏ 2 ਔਰ b ਇਕੁਅਲ ਟੂ ਮਿਊ ਨਾਟ i ਆ ਗਿਆ ਡਿਵਾਈਡਡ ਬਾਈ ਸਾਡੇ ਕੋਲ ਬਚੇਗਾ 2 ਤੇ ਇੱਕ ਨਾਲ ਰਹਿ ਜਾਏਗਾ ਸਾਡੇ ਕੋਲ ਥੱਲੇ r. This is the formula to calculate the magnetic field at the center of a circular coil. कितनी वैल्यू है mu naught I over 2r. ਇਹ ਸ਼ਾਰਟ ਕਰਕੇ ਮੈਂ ਜਿਹੜੀ ਕਟਿੰਗ ਕਰ ਦਿੱਤੀ ਹੈ ਇਹਨੂੰ ਤੁਹਾਨੂੰ ਯਾਦ ਰੱਖਣਾ ਸੌਖਾ ਹੋ ਜਾਏਗਾ। ਇਸ ਫਾਰਮੂਲੇ 'ਚ ਨੋਟ ਕਰਨਾ ਕਿ ਥੱਲੇ ਪਾਈ ਨਹੀਂ ਆਉਂਦਾ। ਅੱਗੇ ਅਸੀਂ ਇੱਕ ਸਟ੍ਰੇਟ ਵਾਇਰ ਵਾਲਾ ਵੀ ਅਸੀਂ ਫਾਰਮੂਲਾ ਪੜ੍ਹਨਾ ਹੈ ਉਹਦਾ ਮੈਗਨੈਟਿਕ ਫੀਲਡ ਨਿਕਾਲਾਂਗੇ ਸਟ੍ਰੇਟ ਵਾਇਰ ਦਾ ਉਹਦੇ ਥੱਲੇ ਜਿਹੜਾ ਇੱਥੇ ਨੋਟ ਕਰਿਓ ਉਹਦੇ ਥੱਲੇ ਤੁਹਾਡੇ ਕੋਲ ਨੀਚੇ ਪਾਈ ਵੀ ਆਏਗਾ। ਨਾਓ ਵਾਟ ਇਜ਼ ਦਾ ਫਾਰਮੂਲਾ mu naught I over 2r। ਇਹ ਸਾਡੇ ਕੋਲ ਸਿਰਫ ਕੋਇਲ ਸੀਗਾ ਇੱਕ ਸਿੰਗਲ ਟਰਨ ਦਾ ਤੇ ਜੇ ਸਾਡੇ ਕੋਲ ਕੋਇਲ ਹੋਵੇ ਲਾਰਜ ਨੰਬਰ ਆਫ ਟਰਨਸ ਜਿਸ ਤਰ੍ਹਾਂ ਇੱਕ ਕੋਇਲ ਸਪਰਿੰਗ ਹੁੰਦਾ ਹੈ ਇੱਕ ਟਰਨ ਆ ਗਈ ਦੂਸਰੀ ਟਰਨ ਤੀਸਰੀ ਟਰਨ ਇਸ ਤਰ੍ਹਾਂ ਸਾਡੇ ਕੋਲ ਇੱਕ ਕੋਇਲ ਹੋਵੇ ਲਾਰਜ ਨੰਬਰ ਆਫ ਟਰਨਸ ਜਿਹਦੀਆਂ ਨੰਬਰ ਆਫ ਟਰਨਸ ਜਿਹੜੀਆਂ ਨੇ ਸਾਡੇ ਕੋਲ ਨੇ n if n is the number of turns ਹਾਂਜੀ ਕਾਦੀਆਂ ਟਰਨਸ ਨੇ ਸਾਡੇ ਕੋਲ ਨੰਬਰ ਆਫ ਟਰਨਸ ਆਫ ਕੋਇਲ ਜੇਕਰ n ਨੰਬਰ ਆਫ ਟਰਨਸ ਨੇ then total magnetic field ਕਿੰਨਾ ਆਏਗਾ ਇੱਕ ਟਰਨ ਦਾ ਜੋ ਹੈਗਾ ਅਸੀਂ ਕੀ ਕਰਾਂਗੇ ਇਸ ਨੂੰ ਮਲਟੀਪਲਾਈ ਕਰ ਦਾਂਗੇ ਨੰਬਰ ਆਫ ਟਰਨਸ ਦੇ ਨਾਲ। ਜੇ 2 ਟਰਨਸ ਨੇ ਇੱਥੇ 2 ਨਾਲ ਮਲਟੀਪਲਾਈ ਕਰ ਦਿਓ ਜੇ 3 ਟਰਨਸ ਨੇ ਤੇ 3 ਨਾਲ ਮਲਟੀਪਲਾਈ ਕਰ ਦਿਓ। in general if we have n number of turns then total magnetic field is given by mu naught ਅਸੀਂ ਪਹਿਲਾਂ mu naught ਅੱਗੇ ni ਇਕੱਠਾ ਕਰ ਲਿਆ mu naught ni over 2r ਇਹ ਸਾਡੇ ਕੋਲ ਜਿਹੜਾ ਹੈ ਫਾਰਮੂਲਾ ਬਣ ਜਾਏਗਾ if we have number of turns equal to n। ਜਿਹੜਾ ni ਹੈ ਇਸ ਨੂੰ ਅਸੀਂ ਐਂਪੀਅਰ ਟਰਨਸ ਬੋਲਦੇ ਹਾਂ। ni ਜਿਹੜੀ ਟਰਮ ਹੈ ਇਸ ਦਾ ਨਾਮ ਹੁੰਦਾ ਹੈ ਐਂਪੀਅਰ ਟਰਨਸ। ਐਂਪੀਅਰ ਕਿਉਂ ਕਰੰਟ ਕਰਕੇ ਤੇ ਨਾਲ ਆ ਗਿਆ ਟਰਨ ni is called ampere turn and this is the formula to calculate the magnetic field at the center of a circular coil। now ਇਸ ਤੋਂ ਬਾਅਦ ਅਸੀਂ ਜਿਹੜੀ ਹੈ ਇਸ ਦੀ डायरेक्शन देखनी है कि हाउ टू फाइंड आउट द डायरेक्शन ऑफ करंट कैरिंग सर्कुलर कॉइल। सपोज मान लो कि साडे कोल एक सर्कुलर कॉइल है जिहड़ा मैं अपने हाथ च फड़िया ਇਹਦੇ ਵਿੱਚ ਪਹਿਲਾਂ ਦੇਖਣਾ ਹੈ ਕਿ ਕਰੰਟ ਕਿੱਧਰ ਨੂੰ ਆ। ਕਰੰਟ ਸਰਕੂਲਰ ਕੋਇਲ ਦੇ ਵਿੱਚ ਜਾਂ ਤੇ ਕਲੌਕਵਾਈਜ਼ ਫਲੋ ਕਰੇਗਾ ਤੇ ਜਾਂ ਜਿਹੜਾ ਹੈ ਸਾਡੇ ਕੋਲ ਐਂਟੀ ਕਲੌਕਵਾਈਜ਼ ਕਰੰਟ ਫਲੋ ਕਰ ਸਕਦਾ ਹੈ। ਸਪੋਜ਼ the current flowing is anti clockwise like this current ਇਧਰ ਨੂੰ ਫਲੋ ਕਰ ਰਿਹਾ ਹੈ anti clockwise then how to find the direction of this magnetic field at the center ਕੀ ਕਰਨਾ ਹੈ ਆਪਣਾ ਰਾਈਟ ਹੈਂਡ ਲੈ ਕੇ
ਉਹਦੀਆਂ ਜਿਹੜੀਆਂ ਫਿੰਗਰਸ ਨੇ ਇਹਨਾਂ ਫਿੰਗਰਸ ਨੂੰ ਕਰੰਟ ਦੀ ਡਾਇਰੈਕਸ਼ਨ ਦੇ ਵਿੱਚ ਕਰਲ ਕਰਨਾ ਹੈ। ਜੇ ਮੰਨ ਲਓ ਕਰੰਟ ਤੁਹਾਡਾ ਐਂਟੀ ਕਲੌਕਵਾਈਜ਼ ਆ ਰਿਹਾ ਲਾਈਕ ਦਿਸ, ਇਸ ਤਰ੍ਹਾਂ ਚੱਲਦਾ ਪਿਆ, ਦੈਨ ਰਾਈਟ ਹੈਂਡ ਦੀ ਫਿੰਗਰਸ ਨੂੰ ਅਸੀਂ ਕਰੰਟ ਦੀ ਡਾਇਰੈਕਸ਼ਨ ਦੇ ਵਿੱਚ ਕਰਲ ਕਰਾਂਗੇ ਲਾਈਕ ਦਿਸ, ਤੇ ਜਿੱਧਰ ਸਾਡਾ ਜਿਹੜਾ ਥੰਬ ਆਏਗਾ ਇਟ ਵਿਲ ਗਿਵ ਦਾ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ। ਤੁਸੀਂ ਦੇਖਿਆ ਜਿਹੜਾ ਥੰਬ ਹੈ ਬਿਲਕੁਲ ਕੋਇਲ ਦੇ ਪਲੇਨ ਦੇ ਪਰਪੈਂਡੀਕੂਲਰ ਆਇਆ, ਨਾਲੇ ਆਇਆ ਆਊਟਵਰਡ, ਤੁਹਾਡੇ ਵਾਲੇ ਪਾਸੇ ਆ ਰਿਹਾ ਦੇਖੋ। ਫਿਰ ਦੇਖੋ ਕਰੰਟ ਐਂਟੀ ਕਲੌਕਵਾਈਜ਼, ਉਸ ਤੋਂ ਬਾਅਦ ਆਪਣੇ ਰਾਈਟ ਹੈਂਡ, ਲੈਫਟ ਨਹੀਂ ਲੈਣਾ, ਰਾਈਟ ਹੈਂਡ ਦੀਆਂ ਫਿੰਗਰਸ ਨੂੰ ਕਰੰਟ ਵਾਲੇ ਪਾਸੇ ਰੋਟੇਟ ਕਰੋ, ਜਿੱਧਰ ਸਾਡਾ ਥੰਬ ਜਾਏਗਾ ਉਹ ਸਾਨੂੰ ਡਾਇਰੈਕਸ਼ਨ ਦੱਸੇਗਾ ਮੈਗਨੈਟਿਕ ਫੀਲਡ ਦੀ। ਨਾਓ ਮੈਗਨੈਟਿਕ ਫੀਲਡ ਇਜ਼ ਪਰਪੈਂਡੀਕੂਲਰ, ਕਿਉਂਕਿ ਇਹ ਮੇਰਾ ਕੋਇਲ ਦੇ ਥੰਬ ਦੇਖੋ ਬਿਲਕੁਲ ਪਰਪੈਂਡੀਕੂਲਰ ਹੈ ਟੂ ਦਾ ਪਲੇਨ ਆਫ ਕੋਇਲ ਐਂਡ ਡਾਇਰੈਕਟਡ ਆਊਟਵਰਡ, ਇਹ ਬਾਹਰ ਨੂੰ ਆ ਰਿਹਾ। ਇਫ the current flowing is clockwise like this, ਜੇ ਕਰੰਟ clockwise flow ਕਰ ਰਿਹਾ ਹੈ ਫਿਰ ਅਸੀਂ ਇਸ ਤਰ੍ਹਾਂ ਨਹੀਂ ਕਰਨਾ, ਕਰੰਟ ਇਧਰ ਨੂੰ ਹੈ, we will curl our fingers like this। ਜਦੋਂ ਫਿੰਗਰਸ ਨੂੰ ਇਸ ਤਰ੍ਹਾਂ ਕਰਲ ਕਰੋਗੇ ਤੇ ਥੰਬ ਦੇਖੋ ਜਿਹੜਾ ਸਾਡਾ ਆਏਗਾ ਕੋਇਲ ਦੇ ਪਰਪੈਂਡੀਕੂਲਰ ਤੇ ਆਏਗਾ ਕਿੱਧਰ ਨੂੰ, ਇਨਵਰਟ। ਜੇ ਅਸੀਂ ਬਲੈਕ ਬੋਰਡ ਦੀ ਗੱਲ ਕਰਦੇ ਹਾਂ, ਸਾਡੇ ਕੋਲ ਕਰੰਟ ਫਲੋ ਕਰ ਰਿਹਾ ਹੈ ਲਾਈਕ ਦਿਸ, magnetic field will be along this side। if the current is flowing clockwise, magnetic field ਜਿਹੜਾ ਹੋਏਗਾ perpendicular ਸਾਡੇ ਕੋਲ ਆਏਗਾ inward। ਇਸ ਤਰ੍ਹਾਂ ਤੁਸੀਂ ਜਿਹੜਾ ਹੈ magnetic field ਦੀ ਡਾਇਰੈਕਸ਼ਨ ਫਾਈਂਡ ਆਊਟ ਕਰਨੀ ਹੈ। ਇਹ ਡਾਇਰੈਕਸ਼ਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਨੈਕਸਟ ਲੈਕਚਰ ਦੇ ਵਿੱਚ ਮੈਂ ਇਹਦੇ ਕੁਝ ਨਿਊਮੈਰੀਕਲਸ ਕਰਵਾਉਣ ਵਾਲਾ ਹਾਂ। ਉਹ ਤੁਹਾਨੂੰ ਸਮਝ ਤਾਂ ਆਣੇ ਆ ਜੇਕਰ ਤੁਸੀਂ ਜਿਹੜਾ ਹੈ ਇਹਦੀ ਡਾਇਰੈਕਸ਼ਨ ਪ੍ਰੋਪਰ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਤੇ ਤੁਸੀਂ ਵੀ ਜਿਹੜਾ ਆਪਣੇ ਘਰ ਤੱਕ ਕੋਈ ਚੂੜੀ ਹੈ ਜਾਂ ਕੋਈ ਕੜਾ ਹੈ ਉਹਦੇ ਅਕੋਰਡਿੰਗ ਪਹਿਲਾਂ ਇਹਦੀ ਜਿਹੜੀ ਹੈ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਫਾਈਂਡ ਆਊਟ ਕਰਨ ਦੀ ਜਿਹੜੀ ਹੈ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਹੈ। ਸਿਰਫ ਤੇ ਸਿਰਫ ਅਸੀਂ ਜਿਹੜਾ ਹੈ ਰਾਈਟ ਹੈਂਡ ਰੂਲ ਦੇ ਅਕੋਰਡਿੰਗ ਚੱਲਣਾ ਹੈ। ਫਿੰਗਰ ਉਧਰ ਨੂੰ ਘੁਮਾਣੀ ਹੈ ਜਿੱਧਰ ਨੂੰ ਕਰੰਟ ਫਲੋ ਕਰ ਰਿਹਾ ਹੈ ਤੇ ਥੰਬ ਜਿਹੜਾ ਹੈ ਸਾਨੂੰ ਜਿਹੜਾ ਉਹ ਡਾਇਰੈਕਸ਼ਨ ਦੱਸੇਗਾ।